ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸ਼ਟਪਦੀ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨ ਹੈ ਉਬਾਰਿਆ। ਬਾਰ ਵਿਵਸਥਾ ਤੁਝ ਹੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੇਹੋ ਤਉ ਨਾਨਕ ਸੀਝੈ। ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੇਹੋ ਤਉ ਨਾਨਕ ਸੀਝੈ। ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ। ਸਭ ਸੰਗਤ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਸਤਿਕਾਰਯੋਗ ਸਾਧ ਸੰਗਤ ਜੀ, ਜੋ ਇਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਸੁਖਮਣੀ ਸਾਹਿਬ ਦੇ ਅੰਦਰ, ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦਾ ਹੈ। ਸਾਧ ਸੰਗਤ ਜੀ, ਇਸ ਸ਼ਬਦ ਵਿੱਚ ਅਸ਼ਟਪਦੀ ਦੇ ਪਹਿਲੇ ਬੰਦ ਵਿੱਚ ਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਨੁੱਖ ਮਾਤਰ ਨੂੰ, ਸਮੁੱਚੀ ਸ੍ਰਿਸ਼ਟੀ ਦੇ ਇਨਸਾਨਾਂ ਨੂੰ ਇੱਕ ਵਚਨ ਸਮਝਾ ਰਹੇ ਹਨ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਇਹ ਬੜਾ ਜ਼ਰੂਰੀ ਆ। ਕਿਉਂਕਿ ਮੰਗਾਂ ਮੰਗਣੀਆਂ ਹੋਰ ਚੀਜ਼ ਹੈ, ਔਰ ਸੰਗਤ ਜੀ ਧੰਨਵਾਦ ਕਰਨਾ, ਸ਼ੁਕਰੀਆ ਕਰਨਾ ਇਹ ਇੱਕ ਹੋਰ ਚੀਜ਼ ਹੈ। ਜਿਹੜਾ ਮਨੁੱਖ ਧੰਨਵਾਦ ਕਰਨਾ ਸਿੱਖ ਜਾਂਦਾ ਹੈ, ਉਸ ਮਨੁੱਖ ਦੇ ਵਿੱਚ ਸਬਰ ਅਤੇ ਸੰਤੋਖ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਮਨੁੱਖ ਵਿੱਚ ਸਬਰ ਅਤੇ ਸੰਤੋਖ ਆਉਣਾ ਸ਼ੁਰੂ ਹੋ ਜਾਵੇ, ਉਸ ਇਨਸਾਨ ਨੂੰ ਸੰਗਤ ਜੀ ਸੁਖ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਜਿੰਨਾ ਚਿਰ ਸਬਰ ਨਹੀਂ, ਜਿੰਨਾ ਚਿਰ ਸੰਤੋਖ ਨਹੀਂ, ਉਨਾ ਚਿਰ ਮਨੁੱਖ ਸੁਖੀ ਹੋ ਜਾਵੇ ਇਹ ਤਾਂ ਸੰਭਵ ਹੀ ਨਹੀਂ ਹੈ। ਬਿਨਾਂ ਸਬਰ ਤੋਂ, ਬਿਨਾਂ ਸੰਤੋਖ ਤੋਂ ਸੁੱਖ ਕਦੇ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਜੀਆਂ ਨੇ ਬਾਣੀ ਵਿੱਚ ਇੱਕ ਨਹੀਂ ਅਨੇਕਾਂ ਉਦਾਹਰਨਾਂ ਦਿੱਤੀਆਂ ਨੇ ਕਿ ਬਹੁਤ ਧਨ ਦੌਲਤ ਜ਼ਮੀਨ ਜਾਇਦਾਦਾਂ ਦੇ ਮਾਲਕ ਵੀ, ਇੱਥੋਂ ਤੱਕ ਕਿ ਰਾਜੇ ਮਹਾਰਾਜੇ ਵੀ, ਸਾਧ ਸੰਗਤ ਜੀ ਬੜਾ ਕੁਛ ਹੋਣ ਦੇ ਬਾਵਜੂਦ ਵੀ ਇੰਨੀ ਕਲਪਨਾ ਦੇ ਵਿੱਚ ਰਹੇ ਕਿ ਜੋ ਕੁਝ ਉਹਨਾਂ ਨੂੰ ਮਿਲਿਆ ਉਸ ਚੀਜ਼ ਦਾ ਉਹਨਾਂ ਨੇ ਆਨੰਦ ਨਹੀਂ ਬਿਲਕੁਲ ਵੀ ਮਾਣਿਆ ਜ਼ਿੰਦਗੀ ਵਿੱਚ, ਸਗੋਂ ਹੋਰ ਚੀਜ਼ਾਂ ਦੀ ਕਲਪਨਾ ਦੇ ਵਿੱਚ, ਹੋਰ ਚੀਜ਼ਾਂ ਦੇ ਲਾਲਚ ਵਿੱਚ ਉਹਨਾਂ ਨੇ ਆਪਣਾ ਸਾਰਾ ਜੀਵਨ ਦੁੱਖ ਦੀ ਭੱਠੀ ਦੇ ਵਿੱਚ ਸਾੜ ਸੁੱਟਿਆ। ਕਿਉਂਕਿ ਸਾਧ ਸੰਗਤ ਜੀ, ਜਿਹੜਾ ਲਾਲਚ ਹੈ ਔਰ ਤ੍ਰਿਸ਼ਨਾ ਹੈ, ਇਹ ਵੀ ਇੱਕ ਅੱਗ ਹੈ। ਇਸ ਅੱਗ ਦੇ ਵਿੱਚ ਸਾਰੀ ਦੁਨੀਆ ਸੜ ਰਹੀ ਆ। ਕਿਉਂ? ਕਿਉਂਕਿ ਸਬਰ ਨਹੀਂ, ਕਿਉਂਕਿ ਸੰਤੋਖ ਨਹੀਂ। ਜੇ ਸਬਰ ਹੋਵੇ ਜ਼ਿੰਦਗੀ ਵਿੱਚ, ਸੰਤੋਖ ਹੋਵੇ, ਤਾਂ ਸਾਧ ਸੰਗਤ ਜੀ ਮਨੁੱਖ ਦਾ ਜੀਵਨ ਸੁਖੀ ਹੁੰਦਾ ਹੈ। ਹੁਣ ਵੇਖੋ, ਤੁਸੀਂ ਨਿਗਾਹ ਮਾਰ ਕੇ ਵੇਖ ਲਓ, ਸਤਿਗੁਰੂ ਮਹਾਰਾਜ ਦੇ ਪਿਆਰ ਵਾਲੇ ਕਬੀਰ ਸਾਹਿਬ ਜੀ ਹੋਏ ਆ, ਰਵਿਦਾਸ ਮਹਾਰਾਜ ਹੋਏ ਆ, ਨਾਮਦੇਵ ਮਹਾਰਾਜ ਜੀ ਹੋਏ, ਸਾਧਨਾ ਜੀ ਹੋਏ। ਸੰਗਤ ਜੀ ਇਹ ਛੱਪਰੀਆਂ ਵਿੱਚ ਰਹਿਣ ਵਾਲੇ ਸਨ, ਬਹੁਤ ਗਰੀਬੀ ਘਰ ਦੇ ਵਿੱਚ, ਔਰ ਛੱਪਰੀਆਂ ਦੇ ਵਿੱਚ ਇਹਨਾਂ ਨੇ ਜ਼ਿੰਦਗੀ ਗੁਜ਼ਰਾਨ ਕੀਤੀ। ਪਰ ਕਿਉਂਕਿ ਸਬਰ, ਸੰਤੋਖ, ਬਸ ਫਿਰ ਜੀਵਨ ਵਿੱਚ ਸੁੱਖ ਸੀ। ਜਿਨ੍ਹਾਂ ਦੇ ਜੀਵਨ ਵਿੱਚ ਸਬਰ ਨਹੀਂ, ਸੰਤੋਖ ਨਹੀਂ, ਸਾਧ ਸੰਗਤ ਜੀ ਉਹਨਾਂ ਨੂੰ ਕਦੇ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ। ਤੇ ਸਬਰ, ਸੰਤੋਖ
ਇਹ ਕਿਵੇਂ ਪ੍ਰਾਪਤ ਹੁੰਦਾ ਹੈ? ਸਬਰ ਤੇ ਸੰਤੋਖ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਬਾਅਦ ਧੰਨਵਾਦ ਕਰਨ ਦੇ ਵਿੱਚ ਹੀ ਸੁੱਖ ਪ੍ਰਾਪਤ ਹੁੰਦਾ। ਜਿਹੜੀਆਂ ਅਕਾਲ ਪੁਰਖ ਨੇ ਆਪਾਂ ਨੂੰ ਦਾਤਾਂ ਦਿੱਤੀਆਂ ਨੇ, ਉਹਨਾਂ ਦਾਤਾਂ ਦੇ ਧੰਨਵਾਦ ਕਰਨ ਦੇ ਵਿੱਚੋਂ ਹੀ ਸਬਰ ਸੰਤੋਖ ਪ੍ਰਾਪਤ ਹੁੰਦਾ। ਕਿਉਂਕਿ ਜਿਹੜੇ ਮਨੁੱਖ ਦੇ ਕੋਲ ਹਰ ਰੋਜ਼ ਹਰ ਸਮੇਂ ਮੰਗ ਹੀ ਮੰਗ ਹੈ, ਵੀ ਮੰਗੀ ਜਾਣਾ, ਮੰਗੀ ਹੋਈ ਜਾਣਾ, ਕਿਤੇ ਰੁਕਣਾ ਹੀ ਨਹੀਂ, ਸੰਗਤ ਜੀ ਉਹ ਬੰਦਾ ਕਦੇ ਧੰਨਵਾਦ ਨਹੀਂ ਕਰਦਾ। ਧੰਨਵਾਦ ਕੇਵਲ ਉਹ ਕਰਦਾ ਜਿਹੜਾ ਇਹ ਮਹਿਸੂਸ ਕਰਦਾ ਵੀ ਜੋ ਕੁਝ ਮੈਨੂੰ ਮਿਲਿਆ ਹੈ ਅਕਾਲ ਪੁਰਖ ਨੇ ਇਹ ਵੀ ਮੇਰੀ ਯੋਗਤਾ ਤੋਂ ਵੱਧ ਦਿੱਤਾ ਹੈ, ਇੰਨੇ ਦੇ ਮੈਂ ਯੋਗ ਨਹੀਂ ਸੀ ਜੋ ਮੈਨੂੰ ਮਿਲ ਗਿਆ। ਸੰਗਤ ਜੀ ਫਿਰ ਮਨੁੱਖ ਵਿੱਚ ਸਬਰ ਆਉਂਦਾ ਹੈ, ਫਿਰ ਸੰਤੋਖ ਆਉਂਦਾ ਹੈ। ਤੇ ਮਹਾਰਾਜ ਨੇ ਇਸ ਸਾਰੇ ਸ਼ਬਦ ਦੇ ਵਿੱਚ ਆਪਾਂ ਨੂੰ ਬਚਨ ਹੀ ਇਹ ਦੱਸੇ ਨੇ ਕਿ ਭਾਈ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ। ਤੇ ਧੰਨਵਾਦ ਕਦੋਂ ਕਰਦਾ ਮਨੁੱਖ? ਜਦੋਂ ਮਨੁੱਖ ਨੂੰ ਇਹ ਪਤਾ ਲੱਗਦਾ ਵੀ ਮੈਨੂੰ ਬਹੁਤ ਕੁਝ ਮਿਲਿਆ ਹੈ। ਤੇ ਮਹਾਰਾਜ ਜੀਆਂ ਨੇ ਇਸ ਸ਼ਬਦ ਵਿੱਚ ਉਹ ਚੀਜ਼ਾਂ ਦੱਸੀਆਂ ਨੇ ਪਿਆਰਿਓ, ਜਿਹੜੀਆਂ ਚੀਜ਼ਾਂ ਇੱਕ ਬਾਦਸ਼ਾਹ ਨੂੰ ਵੀ ਮਿਲਦੀਆਂ ਨੇ ਤੇ ਜਿਹੜੀਆਂ ਚੀਜ਼ਾਂ ਸੰਗਤ ਜੀ ਇੱਕ ਭਿਖਾਰੀ ਨੂੰ ਵੀ ਮਿਲਦੀਆਂ ਨੇ। ਹੁਣ ਤੁਸੀਂ ਹੈਰਾਨ ਹੋਵੋਗੇ ਇਹ ਗੱਲ ਸੁਣ ਕੇ ਵੀ ਜਿਹੜੀ ਚੀਜ਼ ਰਾਜੇ ਕੋਲੋਂ ਭਿਖਾਰੀ ਕੋਲ ਕਿੱਥੋਂ ਹੋ ਜੂਗੀ, ਜਿਹੜੀ ਬਾਦਸ਼ਾਹ ਦੇ ਕੋਲੋਂ ਮੰਗਤੇ ਕੋਲੋਂ ਕਿੱਥੇ ਹੋ ਜਾਏਗੀ? ਪਰ ਨਹੀਂ, ਸਤਿਗੁਰੂ ਮਹਾਰਾਜ ਨੇ ਇਸ ਸ਼ਬਦ ਵਿੱਚ ਇਹੀ ਆਪਾਂ ਨੂੰ ਦੱਸਿਆ। ਮਹਾਰਾਜ ਸ਼ੁਰੂ ਕਰਦੇ ਹਨ, ਰਮਈਆ ਕੇ ਗੁਣ ਚੇਤ ਪ੍ਰਾਨੀ। ਪ੍ਰਾਨੀ ਕਹਿੰਦੇ ਨੇ ਮਨੁੱਖ ਨੂੰ। ਮਹਾਰਾਜ ਕਹਿੰਦੇ ਹੇ ਮਨੁੱਖ, ਰਮਈਆ ਦੇ ਗੁਣਾਂ ਨੂੰ ਚੇਤ ਮਤਲਬ ਚੇਤਣਾ, ਯਾਦ ਕਰਨਾ। ਕਹਿੰਦੇ ਰੱਬ ਦੇ ਗੁਣਾਂ ਨੂੰ ਯਾਦ ਕਰ। ਰਮਈਆ ਪਰਮਾਤਮਾ ਨੂੰ ਕਹਿੰਦੇ, ਪਰਮੇਸ਼ਰ ਨੂੰ। ਰਮਈਆ ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ। ਰਮਈਆ ਕੇ ਗੁਣ ਚੇਤ ਪ੍ਰਾਨੀ। ਉਹ ਪ੍ਰਾਨੀ, ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਭਗਵਾਨ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰ। ਰਮਈਆ ਕੇ ਗੁਣ ਚੇਤ ਪ੍ਰਾਨੀ। ਸੰਗਤ ਜੀ ਰੱਬ ਦੇ ਨਾਂ ਨੂੰ ਯਾਦ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਹੈ। ਸੰਗਤ ਜੀ ਮਨੁੱਖ ਸਿਮਰਨ, ਆਪਾਂ ਕਹਿੰਦੇ ਹਾਂ ਨਾ ਸਿਮਰਨ, ਇੱਕ ਕੋਈ ਮਹਾਂਪੁਰਖ ਕਿਤੇ ਬਚਨ ਸੁਣਾ ਰਹੇ ਸੀ ਭਾਈ, ਕਹਿੰਦੇ ਸਿਮਰਨ ਤਾਂ ਦੁਨੀਆ ਦਾ ਹਰ ਮਨੁੱਖ ਕਰਦਾ, ਪਾਪੀ ਵੀ ਕਰਦਾ, ਧਰਮੀ ਵੀ ਕਰਦਾ, ਚੰਗੇ ਤੋਂ ਚੰਗਾ ਬੰਦਾ ਵੀ ਕਰਦਾ, ਮਾੜੇ ਤੋਂ ਮਾੜਾ ਬੰਦਾ ਵੀ ਕਰਦਾ ਸਿਮਰਨ। ਸੰਗਤ ਸੁਣ ਕੇ ਹੈਰਾਨ ਹੋ ਗਈ ਵੀ ਸਾਰੀ ਦੁਨੀਆ ਕਿੱਥੋਂ ਸਿਮਰਨ ਕਰ ਸਕਦੀ ਆ। ਤੇ ਤੁਹਾਨੂੰ ਵੀ ਇਉਂ ਲੱਗਦਾ ਹੋਊਗਾ ਵੀ ਸਾਰੇ ਸਿਮਰਨ ਕਿਵੇਂ ਕਰ ਸਕਦੇ ਆ। ਪਰ ਮਹਾਂਪੁਰਖ ਆਖਣ ਲੱਗੇ ਭਾਈ ਕਾਹਲੀ ਨਾ ਕਰੋ, ਕਹਿੰਦੇ ਬਚਨ ਪੂਰਾ ਸੁਣੋ। ਕਹਿੰਦੇ ਦੁਨੀਆ ਦਾ ਹਰ ਮਨੁੱਖ ਸਿਮਰਨ ਕਰਦਾ, ਪਰ ਜਦੋਂ ਮਹਾਂਪੁਰਖਾਂ ਨੇ ਕਿਹਾ ਨਾ, ਕਹਿੰਦੇ ਪਰ ਸੰਗਤ ਸੁਚੇਤ ਹੋ ਕੇ ਸੁਣਨ ਲੱਗ ਗਈ ਵੀ ਹੁਣ ਕੋਈ ਨਵੀਂ ਗੱਲ ਆਪਾਂ ਨੂੰ ਸੁਣਾਉਣਗੇ ਮਹਾਂਪੁਰਖ। ਆਖਣ ਲੱਗੇ ਭਾਈ, ਕਹਿੰਦੇ ਵੀ ਸਿਮਰਨ ਤਾਂ ਦੁਨੀਆ ਦਾ ਹਰ ਮਨੁੱਖ ਕਰਦਾ, ਪਰ ਕਹਿੰਦੇ ਪਰਮੇਸ਼ਰ ਦਾ ਸਿਮਰਨ ਕੋਈ ਬਿਰਲਾ ਟਾਵਾਂ ਭਾਗਾਂ ਵਾਲਾ ਕਰਦਾ। ਸੰਗਤ ਨੇ ਬੇਨਤੀ ਕੀਤੀ, ਮਹਾਂਪੁਰਖੋ ਗੱਲ ਸਮਝ ਨਹੀਂ ਪਈ ਵੀ ਰੱਬ ਦਾ ਸਿਮਰਨ ਕੋਈ ਬਿਰਲਾ ਟਾਵਾਂ ਕਰਦਾ, ਨਾਲੇ ਕਹੀ ਜਾਂਦੇ ਹੋ ਵੀ ਸਿਮਰਨ ਸਾਰੀ ਦੁਨੀਆ ਕਰਦੀ। ਕਹਿੰਦੇ ਗੱਲ ਸਮਝ ਨਹੀਂ ਪਈ, ਕਿਉਂਕਿ ਰੱਬ ਦੇ ਪਿਆਰਿਆਂ ਦੀਆਂ ਰਮਜ਼ਾਂ ਨੂੰ ਸਮਝਣਾ ਸੰਗਤ ਜੀ ਹਰੇਕ ਦੇ ਵੱਸ ਦਾ ਰੋਗ ਨਹੀਂ ਹੁੰਦਾ। ਹਰੇਕ ਬੰਦਾ ਰਮਜ਼ ਨੂੰ ਸਮਝ ਨਹੀਂ ਸਕਦਾ। ਜਿਵੇਂ ਸਾਧ ਸੰਗਤ ਜੀ ਫੌਜ ਵਿੱਚ, ਪੁਲਿਸ ਵਿੱਚ, ਜਾਂ ਸੰਗਤ ਜੀ ਸਰਕਾਰ ਦੇ ਹੋਰ ਮਹਿਕਮਿਆਂ ਦੇ ਵਿੱਚ ਉਹਨਾਂ ਦੇ ਆਪਦੇ ਕੋਡ ਵਰਡ ਰੱਖੇ ਹੁੰਦੇ ਆ। ਦੇਖੋ ਆਪਦੇ ਉਹਨਾਂ ਦੇ ਸ਼ਬਦ ਹੁੰਦੇ ਆ ਕੁਛ। ਅੱਛਾ, ਉਹ ਜਦੋਂ ਕੋਡ ਵਰਡ ਬੋਲਦੇ ਆ, ਜਿਹੜੇ ਨੂੰ ਉਹਨਾਂ ਨੇ ਸਿਖਾਇਆ ਹੁੰਦਾ, ਜਿਹੜਾ ਉਹਨਾਂ ਦੇ ਮਹਿਕਮੇ ਦਾ ਬੰਦਾ ਹੁੰਦਾ, ਉਹ ਤਾਂ ਜਾਂਦਾ ਸਮਝ। ਤੇ ਜਿਹੜਾ ਆਮ ਬੰਦਾ ਹੁੰਦਾ, ਉਹ ਬੰਦਾ ਫਿਰ ਚਿੰਤਾ ਜੀ 'ਚ ਪਿਆ ਰਹਿੰਦਾ, ਸੋਚਾਂ ਵਿੱਚ ਡੁੱਬਿਆ ਵੀ ਇਹ ਕੀ ਗੱਲ ਬਣੀ, ਵੀ ਸਮਝ ਨਹੀਂ ਮੈਨੂੰ ਪਈ। ਇਉਂ ਹੀ ਸੰਗਤ ਜੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਉਹਨਾਂ ਦੇ ਵੀ ਖਾਲਸਾ ਜੀ ਇਸ਼ਾਰੇ ਹੁੰਦੇ ਆ ਭਾਈ, ਉਹਨਾਂ ਦੇ ਵੀ ਕੋਡ ਵਰਡ ਹੁੰਦੇ ਆ। ਤੇ ਉਹਨਾਂ ਦੇ ਇਸ਼ਾਰਿਆਂ ਨੂੰ ਹਰੇਕ ਬੰਦਾ ਸਮਝ ਨਹੀਂ ਸਕਦਾ।
ਮਹਾਂਪੁਰਖ ਕਹਿੰਦੇ ਭਾਈ ਸਿਮਰਨ ਤਾਂ ਸਾਰੇ ਕਰਦੇ ਆ, ਪਰ ਰੱਬ ਦਾ ਸਿਮਰਨ ਕੋਈ ਬਿਰਲਾ ਟਾਵਾਂ ਕਰਦਾ। ਕਹਿੰਦੇ ਬਾਬਾ ਜੀ ਫਿਰ ਸਿਮਰਨ ਸਾਰੇ ਕਿਵੇਂ? ਮਹਾਂਪੁਰਖ ਆਖਣ ਲੱਗੇ ਭਾਈ ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਮਨ ਵਿੱਚ ਸੋਚਣਾ, ਵਿਚਾਰਨਾ, ਮਤਲਬ ਚਿੱਤ ਵਿੱਚ ਰੱਖਣਾ ਕਿਸੇ ਚੀਜ਼ ਨੂੰ। ਕਹਿੰਦੇ ਹਾਂ ਜੀ ਸਿਮਰਨ ਦਾ ਭਾਵ ਤਾਂ ਇਹੀ ਆ। ਕਹਿੰਦੇ ਫਿਰ ਜਿੰਨੀ ਦੁਨੀਆ ਭਾਈ ਉਹਨਾਂ ਦੇ ਚਿੱਤ ਵਿੱਚ ਕੁਛ ਨਾ ਕੁਛ ਤਾਂ ਚੱਲਦੀ ਹੀ ਰਹਿੰਦੀ ਹੈ ਨਾ ਗੱਲ, ਕੋਈ ਨਾ ਕੋਈ ਤਾਂ। ਕਹਿੰਦੇ ਹਾਂ ਜੀ, ਕੋਈ ਭਾਈ ਆਪਣੇ ਪੁੱਤਾਂ ਬਾਰੇ ਸੋਚੀ ਜਾਂਦਾ, ਕੋਈ ਧੀਆਂ ਬਾਰੇ ਸੋਚੀ ਜਾਂਦਾ, ਕੋਈ ਆਪਣੀ ਜ਼ਮੀਨ ਬਾਰੇ ਸੋਚਦਾ, ਕੋਈ ਜਾਇਦਾਦ ਬਾਰੇ ਸੋਚਦਾ, ਕੋਈ ਆਪਦੇ ਬਿਜ਼ਨਸ ਕਾਰੋਬਾਰ ਬਾਰੇ ਸੋਚਦਾ, ਕੋਈ ਸੰਗਤ ਜੀ ਕਿਸੇ ਮਿੱਤਰ ਪਿਆਰੇ ਬਾਰੇ ਸੋਚਦਾ, ਕੋਈ ਕਿਸੇ ਵਿਰੋਧੀ ਦੁਸ਼ਮਣ ਬਾਰੇ ਸੋਚੀ ਜਾਂਦਾ। ਕਹਿੰਦੇ ਸੋਚਣ ਦਾ ਭਾਵ ਹੀ ਇਹ ਚਿੱਤ ਵਿੱਚ ਰੱਖਣਾ, ਤੇ ਚਿੱਤ ਵਿੱਚ ਰੱਖਣ ਦਾ ਭਾਵ ਹੀ ਸਿਮਰਨ ਕਰਨਾ। ਭਾਈ ਸਾਰੀ ਦੁਨੀਆ ਸਿਮਰਨ ਕਰਦੀ ਆ, ਕੋਈ ਧੀਆਂ ਦਾ ਸਿਮਰਨ ਕਰਦਾ, ਕੋਈ ਪੁੱਤਾਂ ਦਾ ਕਰਦਾ, ਕੋਈ ਜ਼ਮੀਨ ਦਾ ਕਰਦਾ, ਕੋਈ ਮਾਇਆ ਦਾ ਕਰਦਾ, ਕੋਈ ਬਿਜ਼ਨਸ ਦਾ ਕਰਦਾ, ਪਰ ਕਹਿੰਦੇ ਰੱਬ ਦਾ ਸਿਮਰਨ ਕਰਨ ਵਾਲਾ ਕੋਈ ਬਿਰਲਾ ਹੀ ਆ। ਆਖੋ ਸਤਿਨਾਮ। ਰੱਬ ਦਾ ਸਿਮਰਨ ਕਰਨ ਵਾਲਾ ਕੋਈ ਬਿਰਲਾ ਹੈ। ਤੇ ਮਹਾਰਾਜ ਕਹਿੰਦੇ ਭਾਈ ਰੱਬ ਦੇ ਗੁਣਾਂ ਨੂੰ ਯਾਦ ਕਰ, ਜੇ ਉਹਦੇ ਗੁਣਾਂ ਨੂੰ ਯਾਦ ਕਰੇਗਾ ਸਿਮਰਨ ਤਾਂ ਕਰ ਸਕੇਗਾ ਤੂੰ ਉਹਦਾ। ਤੇ ਮਨੁੱਖ ਸਮਝਦਾ ਵੀ ਮੇਰੇ ਤੇ ਗੁਣ ਕਿਹੜਾ ਕੀਤਾ ਰੱਬ ਨੇ। ਆਮ ਹੀ ਆਪਾਂ ਗੱਲ ਕਰਦੇ ਹਾਂ ਸਾਧ ਸੰਗਤ ਜੀ ਵੀ ਜੇ ਕੋਈ ਕਿਸੇ ਤੇ ਗੁਣ ਕਰਦੇ ਨਾ ਬੰਦੇ ਨੂੰ ਭੁੱਲਣਾ ਨਹੀਂ ਚਾਹੀਦਾ। ਆਪਾਂ ਕਹਿੰਦੇ ਆ ਵੀ ਫਲਾਣੇ ਨੇ ਫਲਾਣੇ ਤੇ ਗੁਣ ਕੀਤਾ, ਪਰ ਉਹ ਭੁੱਲ ਗਿਆ। ਕਹਿੰਦੇ ਜਿਹੜਾ ਭੁੱਲ ਗਿਆ ਉਹ ਕੌਣ ਹੈ? ਕਹਿੰਦੇ ਅਕਿਰਤ ਘਾਣਾ। ਜਿਹਨੇ ਯਾਦ ਰੱਖਿਆ ਕਹਿੰਦੇ ਉਹ ਬੰਦਾ ਭਾਈ ਬਹੁਤ ਸਿਆਣਾ, ਸਹੀ ਬੰਦਾ, ਯਾਦ ਰੱਖਿਆ ਜਿਹਨੇ। ਤੇ ਮਹਾਰਾਜ ਕਹਿੰਦੇ ਯਾਦ ਕਰ। ਹੁਣ ਬੰਦਾ ਕਹਿੰਦਾ ਵੀ ਮੈਂ ਯਾਦ ਤਾਂ ਕਰਾਂ ਵੀ ਜੇ ਮੈਨੂੰ ਕੁਛ ਮਿਲਿਆ ਹੋਵੇ। ਫਿਰ ਮਹਾਰਾਜ ਦੱਸਣ ਲੱਗੇ ਨੇ ਵੀ ਤੈਨੂੰ ਕੀ ਮਿਲਿਆ ਹੈ। ਫਿਰ ਪਹਿਲਾ ਸ਼ਬਦ ਮਹਾਰਾਜ ਕਹਿੰਦੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਭਾਈ ਮੂਲ ਦਾ ਮਤਲਬ ਹੁੰਦਾ ਜਿਹਦੇ ਤੋਂ ਚੀਜ਼ ਪੈਦਾ ਹੁੰਦੀ ਆ। ਜਿਵੇਂ ਬੀਜ, ਇਹ ਤਾਂ ਮੂਲ ਆ। ਜਿਹੜੀ ਚੀਜ਼ ਬਣ ਗਈ ਉਹ ਦ੍ਰਿਸ਼ਟਾਨੀ ਮਤਲਬ ਦਿਸਣ ਵਿੱਚ ਆਈ ਆ ਉਹ ਚੀਜ਼। ਜਿਵੇਂ ਦਰਖਤ, ਫਸਲ, ਇਹ ਤਾਂ ਦਿਸਣ ਵਿੱਚ ਆ ਗਈ ਬਾਹਰ ਦੇਖੋ। ਪਰ ਸੰਗਤ ਜੀ ਧਰਤੀ ਦੇ ਹੇਠਾਂ ਜ਼ਮੀਨ ਵਿੱਚ ਦੱਬਿਆ ਹੋਇਆ ਬੀਜ ਤਾਂ ਨਹੀਂ ਨਾ ਕਿਸੇ ਨੂੰ ਦਿਸਦਾ ਹੁੰਦਾ। ਬੀਜ ਨੂੰ ਕਹੀਦਾ ਮੂਲ, ਤੇ ਜਿਹੜਾ ਬੀਜ ਤੋਂ ਪੈਦਾ ਹੁੰਦਾ ਸੰਗਤ ਜੀ ਉਹਨੂੰ ਕਹਿੰਦੇ ਦ੍ਰਿਸ਼ਟਾਨੀ। ਮਹਾਰਾਜ ਕਹਿੰਦੇ ਵੀ ਦ੍ਰਿਸ਼ਟਾਨੀ ਤਾਂ ਇਹ ਆ ਵੀ ਤੇਰਾ 5.5 6 ਫੁੱਟ, 6.25 ਫੁੱਟ ਵੀ ਕਈਆਂ ਦਾ ਸਰੀਰ। ਮਹਾਰਾਜ ਕਹਿੰਦੇ ਇੰਨਾ ਲੰਮਾ ਸਰੀਰ, ਤਕੜਾ ਸਰੀਰ, ਕੱਦ ਕਾਠ, ਇਹ ਤਾਂ ਦਿਸਣ ਵਿੱਚ। ਹੁਣ ਦੇਖੋ ਜਿੰਨੇ ਤੁਸੀਂ ਬੈਠੇ ਹੋ ਸਭ ਦੇ ਸਰੀਰ ਇੱਕ ਦੂਜੇ ਨੂੰ ਦਿਸਦੇ ਆ। ਮੇਰਾ ਵੀ ਤੁਹਾਨੂੰ ਦਿਸ ਰਿਹਾ, ਤੁਹਾਡਾ ਸਰੀਰ ਵੀ ਮੈਨੂੰ ਦਿਸ ਰਿਹਾ, ਇਹ ਤਾਂ ਆਪਣਾ ਦਿਸ ਰਿਹਾ। ਪਰ ਸਤਿਗੁਰ ਕਹਿੰਦੇ ਵੀ ਕਦੇ ਜਿਹੜੀ ਚੀਜ਼ ਤੋਂ ਤੇਰਾ ਸਰੀਰ ਬਣਿਆ, ਜਿਹੜੀ ਚੀਜ਼ ਤੋਂ ਤੇਰਾ ਸਰੀਰ ਬਣਿਆ, ਮਹਾਰਾਜ ਕਹਿੰਦੇ ਉਹ ਨਹੀਂ ਤੈਨੂੰ ਦਿਸਦੀ। ਕਹਿੰਦੇ ਪ੍ਰਮਾਤਮਾ ਨੇ ਦੇਖੋ ਕੈਸੀ ਖੇਡ ਬਣਾਈ ਆ ਵੀ ਮੂਲ ਤੋਂ ਐਡਾ ਸੋਹਣਾ ਸਰੀਰ ਬਣਾਤਾ। ਤੇ ਬਣਿਆ ਕਾਹਦੇ ਤੋਂ ਸਰੀਰ? ਮਹਾਰਾਜ ਕਹਿੰਦੇ ਬਹੁਤਾ ਮਾਨ ਨਾ ਕਰੀ, ਗੰਦੇ ਪਾਣੀ ਦੀਆਂ 2 ਬੂੰਦਾਂ ਤੋਂ ਤੇਰਾ ਸਰੀਰ ਤਿਆਰ ਹੋ ਗਿਆ। ਆਖੋ ਸਤਿਨਾਮ। ਮਾਤਾ ਦੇ ਪੇਟ ਵਿੱਚ ਸਰੀਰ ਤਿਆਰ ਹੋ ਗਿਆ। ਅਕਾਲ ਪੁਰਖ ਨੇ ਵੇਖੋ ਕੈਸੀ ਖੇਡ ਬਣਾਈ ਵੀ ਗੰਦੇ ਪਾਣੀ ਦੀਆਂ 2 ਬੂੰਦਾਂ ਤੋਂ ਐਡਾ ਸੋਹਣਾ ਸਰੀਰ ਬਣਾ ਕੇ ਰੱਖਤਾ ਪਰਮੇਸ਼ਰ ਨੇ। ਮਹਾਰਾਜ ਕਹਿੰਦੇ ਇਹ ਤੈਨੂੰ ਪਹਿਲੀ ਦਾਤ ਮਿਲੀ ਆ। ਤੇ ਸੰਗਤ ਜੀ ਗੌਰ ਨਾਲ ਮੇਰੀ ਬੇਨਤੀ ਸੁਣਿਓ, ਹੰਗੂਰਾ ਭਰਿਓ ਪਿਆਰਿਓ। ਜਿਵੇਂ ਪੁਰਾਣੇ ਸਮਿਆਂ ਵਿੱਚ ਬਾਤ ਪਾਉਂਦੀ ਨਾ, ਜਦੋਂ ਕੋਈ ਦਾਦੀ ਬਾਤ ਪਾਉਂਦੀ, ਦਾਦਾ ਬਾਤ ਪਾਉਂਦਾ, ਚਾਚਾ ਤਾਇਆ ਬਾਤ ਪਾਉਂਦਾ, ਉਹ ਬਾਤ ਸੁਣਨ ਵਾਲਿਆਂ ਨੂੰ ਕਹਿੰਦਾ ਬੱਚਿਆਂ ਨੂੰ ਵੀ ਹੰਗੂਰਾ ਭਰਿਓ ਭਾਈ। ਉਹਦਾ ਮਤਲਬ ਕੀ ਸੀ? ਹੰਗੂਰੇ ਦਾ ਮਤਲਬ ਇਹ ਸੀ ਵੀ ਇਹ ਸੁਣ ਰਿਹਾ ਗੱਲ ਨੂੰ ਮੇਰੀ ਨੂੰ। ਜੇ ਹੰਗੂਰਾ ਨਾ ਭਰਿਆ ਇਹਦਾ ਮਤਲਬ ਵੀ ਇਹ ਸੁਣ ਨਹੀਂ ਰਿਹਾ। ਸੰਗਤ ਜੀ ਮੈਨੂੰ ਤੁਸੀਂ ਇੱਕ ਗੱਲ ਸੋਚ ਕੇ ਦੱਸੋ ਸਾਰੇ ਬੋਲ ਕੇ ਵੀ ਪਰਮਾਤਮਾ ਨੇ ਜਿਹੜਾ ਪਹਿਲਾ ਗੁਣ ਕੀਤਾ ਸਾਡੇ ਸਾਰਿਆਂ ਤੇ, ਵੇਖੋ ਗੰਦੇ ਪਾਣੀ ਦੀਆਂ 2 ਬੂੰਦਾਂ ਤੋਂ ਸਾਡਾ ਸਾਰਿਆਂ ਦਾ ਸਰੀਰ ਤਿਆਰ ਕਰਤਾ ਪਰਮੇਸ਼ਰ ਨੇ। ਇਹ ਸਰੀਰ ਕੱਲੇ ਰਾਜਿਆਂ ਦੇ ਕੋਲ ਹੈ ਕਿ ਮੰਤਰੀਆਂ ਵਜ਼ੀਰਾਂ ਦੇ ਕੋਲ ਆ ਕਿ ਭਿਖਾਰੀਆਂ ਦੇ ਕੋਲ ਵੀ ਆ, ਵੀ ਸਾਰੀ ਖਲਕਤ ਕੋਲੇ ਆ? ਇਹ ਦੱਸੋ ਵੀ ਇਹ ਕੁਛ ਕੁ ਬੰਦਿਆਂ ਦੇ ਕੋਲ ਹੀ ਆ ਸਰੀਰ ਕਿ ਸਾਰੀ ਦੁਨੀਆ ਦੇ ਕੋਲੇ ਆ? ਦੱਸੋ ਪਿਆਰਿਓ, ਬੋਲੋ ਭਾਈ। ਸਾਰੀ ਦੁਨੀਆ ਦੇ ਕੋਲੇ ਆ।
ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਵੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਵਿੱਚ ਆਪਾਂ ਨੂੰ ਉਹ ਗੱਲਾਂ ਦੱਸਣਗੇ ਜਿਹੜੀਆਂ ਚੀਜ਼ਾਂ ਇੱਕ ਭਿਖਾਰੀ ਦੇ ਕੋਲੇ ਵੀ ਨੇ ਤੇ ਰਾਜੇ ਦੇ ਕੋਲੇ ਵੀ ਨੇ। ਜਿਹੜਾ ਸਰੀਰ ਆ, ਸਰੀਰ ਤਾਂ ਸੰਗਤ ਜੀ ਰਾਜੇ ਦਾ ਵੀ ਉਵੇਂ ਬਣਿਆ ਵੇਖੋ, ਤੇ ਸਰੀਰ ਖਾਲਸਾ ਜੀ ਭਿਖਾਰੀ ਦਾ ਵੀ ਉਵੇਂ ਬਣਿਆ। ਸਰੀਰ ਤਾਂ ਪਿਆਰਿਓ ਇੱਕ ਬ੍ਰਹਮ ਗਿਆਨੀ ਦਾ ਵੀ ਉਵੇਂ ਬਣਿਆ, ਤੇ ਸਰੀਰ ਸੰਗਤ ਜੀ ਇੱਕ ਪਾਪੀ ਦਾ ਵੀ ਉਵੇਂ ਹੀ ਬਣਿਆ ਨਾ। ਤੇ ਮਹਾਰਾਜ ਕਹਿੰਦੇ ਫਿਰ ਰੱਬ ਨੂੰ ਯਾਦ ਕਰਕੇ ਉਹਨੂੰ ਦੱਸਿਆ ਕਰ, ਬੇਨਤੀ ਕਰਿਆ ਕਰ, ਪਾਤਸ਼ਾਹ ਜੀ ਤੇਰਾ ਧੰਨਵਾਦ ਹੈ, ਸ਼ੁਕਰ ਹੈ, ਗੰਦੇ ਪਾਣੀ ਦੀਆਂ 2 ਬੂੰਦਾਂ ਤੋਂ ਮੇਰਾ ਐਡਾ ਸੋਹਣਾ ਸਰੀਰ ਬਣਾਤਾ ਤੈਂ। ਇਹ ਪਹਿਲਾ ਗੁਣ ਪਰਮਾਤਮਾ ਦਾ। ਮਹਾਰਾਜ ਕਹਿੰਦੇ ਯਾਦ ਕਰਕੇ ਰੱਬ ਦਾ ਧੰਨਵਾਦ ਕਰਿਆ ਕਰ ਭਾਈ, ਤੂੰ ਧੰਨਵਾਦ ਕਰਿਆ ਕਰ। ਇਹ ਪਹਿਲਾ ਗੁਣ ਕੀਤਾ ਮਹਾਰਾਜ ਨੇ। ਫਿਰ ਅੱਗੇ ਫਿਰ ਸਤਿਗੁਰੂ ਕੀ ਦੱਸ ਰਹੇ ਨੇ, ਇੱਥੇ ਬਸ ਨਹੀਂ, ਜਿਨ ਤੂੰ ਸਾਜ ਸਵਾਰ ਸਿਗਾਰਿਆ। ਸਾਜ ਜਦੋਂ ਲਿਖਿਆ ਨਾ ਮਹਾਰਾਜ ਨੇ, ਸੱਸੇ ਨੂੰ ਕੰਨਾ ਜੱਜਾ ਨਹੀਂ ਲਿਖਿਆ, ਜੱਜੇ ਨੂੰ ਸਿਹਾਰੀ ਪਾਈ ਗੁਰੂ ਅਰਜਨ ਦੇਵ ਮਹਾਰਾਜ ਨੇ। ਇਹਦਾ ਮਤਲਬ ਹੋ ਗਿਆ ਵੀ ਸਾਜਣਾ ਕੀਤੀ, ਜੱਜੇ ਨੂੰ ਸਿਹਾਰੀ ਲੱਗ ਗਈ, ਮਤਲਬ ਸਾਜਣਾ ਕੀਤੀ। ਫਿਰ ਸਵਾਰ ਵੀ ਇਉਂ ਹੀ ਲਿਖਿਆ ਮਹਾਰਾਜ ਨੇ, ਰਾਰੇ ਨੂੰ ਸਿਹਾਰੀ ਲਾ ਕੇ ਲਿਖਿਆ ਸਵਾਰ। ਇਹਦਾ ਮਤਲਬ ਹੈ ਸਮਾਰਨਾ ਕੀਤਾ ਹੈ। ਮਹਾਰਾਜ ਕਹਿੰਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਤਾਂ ਤੇਰੀ ਸਾਜਣਾ ਕੀਤੀ, ਤੇ ਫਿਰ ਉਹਨੇ ਤੈਨੂੰ ਸਮਾਰਿਆ ਵੀ ਆ। ਇੱਥੇ ਬਸ ਨਹੀਂ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਪਰਮਾਤਮਾ ਨੇ ਤੇਰਾ ਸ਼ਿੰਗਾਰ ਵੀ ਕੀਤਾ। ਸੰਗਤ ਜੀ ਆਪਾਂ ਸੋਚਦੇ ਹਾਂ ਵੀ ਮੇਰਾ ਰੱਬ ਨੇ ਸ਼ਿੰਗਾਰ ਕਿਵੇਂ ਕੀਤਾ। ਸ਼ਿੰਗਾਰ ਤਾਂ ਦੁਨੀਆ ਸੰਗਤ ਜੀ ਆਪਦੇ ਸਰੀਰ ਦਾ ਆਪ ਕਰਦੀ ਹੈ, ਹਜ਼ਾਰਾਂ ਰੁਪਈਆ ਖਰਚ ਕਰਕੇ, ਲੱਖਾਂ ਰੁਪਈਆ ਖਰਚ ਕਰਕੇ, ਪਰ ਰੱਬ ਨੇ ਵੀ ਕਹਿੰਦੇ ਸ਼ਿੰਗਾਰ ਕਰਕੇ ਭੇਜਿਆ ਆਪਣਾ ਸਾਰਿਆਂ ਦਾ, ਅਮੀਰ ਦਾ ਵੀ, ਗਰੀਬ ਦਾ ਵੀ, ਪੜ੍ਹੇ ਦਾ ਵੀ, ਅਨਪੜ੍ਹ ਦਾ ਵੀ। ਉਹ ਸ਼ਿੰਗਾਰ ਰੱਬ ਨੇ ਕੀਤਾ ਸਾਰਿਆਂ ਦਾ। ਕਿਵੇਂ ਕੀਤਾ? ਇੱਕ ਉਦਾਹਰਨ ਸਮਝੋ ਪਿਆਰਿਓ, ਜਿਵੇਂ ਆਹ ਦਰਬਾਰ ਸਾਹਿਬ ਦੇ ਵਿੱਚ ਆਪਾਂ ਬੈਠੇ ਹਾਂ, ਵੇਖੋ ਸਭ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਦੀ ਨੀਂਹ ਪੱਟੀ ਤੇ ਇਹਦੀਆਂ ਕੰਧਾਂ ਖੜੀਆਂ ਕੀਤੀਆਂ ਤੇ ਉੱਤੇ ਛੱਤ ਪਾਈ ਆਪਾਂ। ਉਦੋਂ ਬਾਅਦ ਕੀ ਕਰਨੇ ਆਪਾਂ, ਜਿਵੇਂ ਮਕਾਨ ਪਾਉਂਦੇ ਆਪਾਂ ਸਾਰੇ, ਉਦੋਂ ਬਾਅਦ ਸੰਗਤ ਜੀ ਆਪਾਂ ਕੀ ਕਰਦੇ ਹਾਂ, ਉਦੋਂ ਬਾਅਦ ਕੋਈ ਪਲਸਤਰ ਕਰਦਾ, ਕੋਈ ਟੀਪ ਕਰਦਾ ਆਪਣੀ ਹੈਸੀਅਤ ਦੇ ਮੁਤਾਬਕ, ਕੋਈ ਰੰਗ ਰੋਗਨ ਕਰ ਦਿੰਦਾ ਅੱਗੇ। ਉਹਨੂੰ ਕਹਿੰਦੇ ਆ ਸੰਗਤ ਜੀ ਸਮਾਰਨਾ। ਆਮ ਬੀਬੀਆਂ ਘਰ ਵਿੱਚ ਗੱਲਾਂ ਕਰਦੀਆਂ ਨੇ, ਕਈ ਪਰਿਵਾਰ ਜਿਹੜੀਆਂ ਪੁਰਾਣੀਆਂ ਬੀਬੀਆਂ ਨੇ, ਨਵੀਆਂ ਬੱਚੀਆਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਬਾਰੇ। ਪੁਰਾਣੀਆਂ ਬੀਬੀਆਂ ਗੱਲ ਕਰਦੀਆਂ ਹੁੰਦੀਆਂ ਵੀ ਮਿਸਤਰੀ ਲਾਇਆ, ਕੀ ਕਰਦੇ ਹੋ? ਕਹਿੰਦੇ ਘਰ ਜਾ ਸਮਾਰਨਾ ਸੀ ਮਾੜਾ ਜਾ। ਅਸੀਂ ਕਹਿੰਦੇ ਆ ਨਾ ਵੀ ਘਰ ਸਮਾਰਨਾ ਸੀ ਆਪਾਂ। ਸਮਾਰਨ ਦਾ ਮਤਲਬ ਕੀ ਆ? ਵੀ ਪਲਸਤਰ ਕਰਨਾ, ਫਰਸ਼ ਲਾਉਣੀ, ਇਹਨੂੰ ਕਹਿੰਦੇ ਸਮਾਰਨਾ। ਤੇ ਤੀਜੇ ਨੰਬਰ ਤੇ ਸ਼ਿੰਗਾਰ ਕਰਨਾ, ਸ਼ਿੰਗਾਰਨਾ। ਸ਼ਿੰਗਾਰ ਕੀ ਹੁੰਦਾ ਸੰਗਤ ਜੀ? ਕਮਰੇ ਵਿੱਚ, ਜਿਵੇਂ ਇੱਥੇ ਦਰਬਾਰ ਸਾਹਿਬ ਆ, ਦਰਬਾਰ ਸਾਹਿਬ ਵਿੱਚ ਥਾਂ ਥਾਈਂ ਕੋਈ ਚੀਜ਼ਾਂ ਫਿੱਟ ਕਰ ਦਈਏ, ਕਿਤੇ ਫੁੱਲ ਲਿਆ ਕੇ ਰੱਖ ਦਈਏ, ਕਿਤੇ ਸਾਧ ਸੰਗਤ ਜੀ ਸੋਹਣੀ ਫੋਟੋ ਟੰਗ ਦਈਏ, ਔਰ ਕੋਈ ਕੀਮਤੀ ਚੀਜ਼ ਲਿਆ ਕੇ ਲਾ ਦਈਏ। ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਸ਼ਿੰਗਾਰਤਾ ਕਮਰਾ ਭਾਈ। ਹੁਣ ਸ਼ਿੰਗਾਰਤਾ ਜਮਾ। ਜਿਹੜੇ ਜ਼ਿਮੀਂਦਾਰ ਟਰੈਕਟਰ ਰੱਖਦੇ ਆ, ਟਰੈਕਟਰ ਲਿਆਉਂਦੇ ਆ ਸੰਗਤ ਜੀ, ਫਿਰ ਉਹਦੇ ਉੱਤੇ ਕੋਈ ਨਵੀਆਂ ਚੀਜ਼ਾਂ ਲਵਾ ਕੇ ਲੈ ਕੇ ਆਉਂਦੇ। ਜਿਵੇਂ ਕੰਪਨੀ 'ਚੋਂ ਨਿਕਲਦਾ ਉਵੇਂ ਨਹੀਂ ਰੱਖਦੇ, ਉਹਦੇ 'ਤੇ ਕੁਛ ਲਵਾ ਲੈਂਦੇ ਆ। ਕਿਤੇ ਝਾਲਰ ਜੀ ਲਵਾ ਲਈ, ਕਿਤੇ ਟੱਲੀਆਂ ਜੀਆਂ ਲਮਕਾ ਲੀਆਂ, ਕਿਤੇ ਉਹਦੇ ਸਟੀਅਰਿੰਗ ਦੇ ਉੱਪਰ ਕੋਈ ਕਵਰ ਚੜ੍ਹਾ ਲਿਆ। ਉਹਨੂੰ ਕਹਿੰਦੇ ਵੀ ਟਰੈਕਟਰ ਸ਼ਿੰਗਾਰ ਕੇ ਰੱਖਿਆ ਭਾਈ, ਬਹੁਤ ਸੋਹਣਾ। ਉਹਨੂੰ ਕਹਿੰਦਾ ਸ਼ਿੰਗਾਰਨਾ। ਤੇ ਮਹਾਰਾਜ ਕਹਿੰਦੇ ਵੀ ਤੈਨੂੰ ਵੀ ਪਰਮਾਤਮਾ ਨੇ ਸਾਜਿਆ, ਸਮਾਰਿਆ ਤੇ ਸ਼ਿੰਗਾਰਿਆ ਭਾਈ। ਕਿਵੇਂ ਸਾਜਣਾ ਕਿਵੇਂ ਕੀਤੀ? ਮਹਾਰਾਜ ਨੇ ਆਪਣਾ ਸਾਰਿਆਂ ਦਾ ਹੱਡੀਆਂ ਦਾ ਢਾਂਚਾ ਬਣਾਇਆ, ਵਿੱਚ ਦੀ ਉਹਦੇ ਨਾੜੀਆਂ ਪਾਈਆਂ ਮਹਾਰਾਜ ਨੇ। ਦੇਖੋ ਬਰੀਕ ਨਾੜੀਆਂ, ਮੋਟੀਆਂ ਨਾੜੀਆਂ ਸਾਰੀਆਂ। ਇਹਨੂੰ ਕਹਿੰਦੇ ਪਰਮਾਤਮਾ ਨੇ ਸਾਡੇ ਸਰੀਰ ਨੂੰ ਸਾਜਿਆ। ਫਿਰ ਸਮਾਰਿਆ ਕਿਵੇਂ ਆ ਪਿਆਰਿਓ? ਸਮਾਰਿਆ ਸੰਗਤ ਜੀ ਇਹਦੇ ਵਿੱਚ ਜਿੱਥੇ ਖੂਨ ਦੀ ਜ਼ਰੂਰਤ ਹੈ, ਖੂਨ ਪਾਇਆ ਮਹਾਰਾਜ ਨੇ, ਇਹਦੇ ਵਿੱਚ ਖੂਨ ਚੱਲਿਆ। ਫਿਰ ਸੰਗਤ ਜੀ ਇਹਦੇ ਵਿੱਚ ਜਿੱਥੇ ਕਿਸੇ ਚਮਕਦਾਰ ਚੀਜ਼ ਦੀ ਲੋੜ, ਕਿਸੇ ਕੂਲੀ ਚੀਜ਼ ਦੀ ਲੋੜ, ਜਿਵੇਂ ਆਮ ਕਿਸੇ ਦੇ ਗੋਡੇ ਦੁਖਣ ਲੱਗ ਜਾਣ, ਉਹਨੂੰ ਪੁੱਛੋ ਵੀ ਕੀ ਡਾਕਟਰ ਤੈਨੂੰ ਕੀ ਕਹਿੰਦਾ, ਉਹ ਮਰੀਜ਼ ਦੱਸਦਾ ਵੀ ਮੈਨੂੰ ਡਾਕਟਰ ਕਹਿੰਦਾ ਵੀ ਤੇਰੇ ਗੋਡਿਆਂ ਦਾ ਗਰੀਸ ਮੁੱਕ ਗਿਆ।
ਉਹ ਪਰਮਾਤਮਾ ਨਹੀਂ ਪਾ ਕੇ ਭੇਜਿਆ ਪਿਆਰਿਓ, ਆਪਾਂ ਤਾਂ ਪਾਇਆ ਨਹੀਂ ਬਾਅਦ ਵਿੱਚ। ਦੇਖੋ ਜਿੱਥੋਂ ਹੱਡ ਮੁੜਦਾ ਤੇ ਉੱਥੇ ਪਰਮਾਤਮਾ ਨੇ ਕੋਈ ਚਿਕਨਾਹਟ ਵਾਲੀ ਚੀਜ਼ ਪਾ ਕੇ ਭੇਜੀ ਆ ਫਿਰ ਸਰੀਰ ਵਿੱਚ। ਸੰਗਤ ਜੀ ਉਹਨੂੰ ਕਹਿੰਦੇ ਆ ਸਮਾਰਿਆ, ਉਹ ਸਮਾਰਿਆ ਹੈ। ਤੇ ਤੀਜੇ ਨੰਬਰ ਤੇ ਸ਼ਿੰਗਾਰ ਕੀਤਾ ਮਹਾਰਾਜ ਨੇ। ਸ਼ਿੰਗਾਰ ਕਿਵੇਂ ਕੀਤਾ? ਸਾਰਾ ਕੁਝ ਇਕੱਠਾ ਕਰਕੇ, ਅੰਗ ਸਾਰੇ ਲਾ ਕੇ ਸਰੀਰ ਦੇ ਵਿੱਚ, ਉੱਪਰ ਦੀ ਪਰਮਾਤਮਾ ਨੇ ਸਾਰਿਆਂ ਦੇ ਸਰੀਰ ਤੇ ਚਮੜੀ ਚਾੜਤੀ। ਚਮੜੀ ਚਾੜੀ ਆ ਪਿਆਰਿਓ। ਇਹ ਚਮੜੀ ਆ ਜਿਹੜੀ ਮਹਾਰਾਜ ਨੇ ਸ਼ਿੰਗਾਰ ਕੀਤਾ ਸਾਡਾ। ਹੁਣ ਤੁਸੀਂ ਆਪ ਮੈਨੂੰ ਸੋਚ ਕੇ ਤੇ ਬੋਲ ਕੇ ਦੱਸੋ ਕਿ ਹੱਡੀਆਂ ਦਾ ਢਾਂਚਾ ਪਰਮਾਤਮਾ ਨੇ ਸਭ ਦਾ ਬਣਾਇਆ? ਕੀ ਸਰੀਰ ਦੇ ਵਿੱਚ ਨਾੜੀਆਂ ਬਰੀਕ ਮੋਟੀਆਂ, ਖੂਨ ਚਲਾਇਆ, ਇਹ ਰੱਬ ਨੇ ਸਾਰਿਆਂ ਦੇ ਚਲਾਇਆ? ਭਿਖਾਰੀਆਂ ਦੇ ਵੀ, ਰਾਜਿਆਂ ਦੇ ਵੀ, ਕਿ ਕੁਛ ਖਾਸ ਬੰਦਿਆਂ ਦੇ ਚਲਾਇਆ? ਤੇ ਫਿਰ ਹੱਡੀਆਂ ਨਾੜੀਆਂ ਦੇ ਉੱਤੋਂ ਦੀ ਚੰਮ ਪਰਮਾਤਮਾ ਨੇ ਸਭ ਦੀ ਲਪੇਟਿਆ ਕਿ ਭਾਈ ਕੁਸ਼ਕ ਦੇ ਲਪੇਟਿਆ? ਵੀ ਇਹ ਜਿਹੜਾ ਗੁਣ ਕੀਤਾ ਪਰਮਾਤਮਾ ਨੇ, ਸਾਜਿਆ, ਸਮਾਰਿਆ, ਸ਼ਿੰਗਾਰਿਆ, ਕੀ ਇਹ ਗੁਣ ਪਰਮਾਤਮਾ ਨੇ ਸਾਰਿਆਂ ਤੇ ਕੀਤਾ ਭਾਈ ਕਿ ਥੋੜਿਆਂ ਤੇ ਕੀਤਾ? ਇਹ ਦੱਸੋ, ਬੋਲੋ ਪਿਆਰਿਓ। ਸਾਰਿਆਂ ਤੇ ਕੀਤਾ। ਤੁਹਾਡੇ ਤੇ ਵੀ ਕੀਤਾ, ਮੇਰੇ ਤੇ ਵੀ ਕੀਤਾ। ਜੇ ਪਰਮਾਤਮਾ ਇੱਕ ਕੰਮ ਕਰਦਾ ਨਾ ਸੰਗਤ ਜੀ, ਵੀ ਸਾਰਾ ਕੁਝ ਠੀਕ ਲਾ ਦਿੰਦਾ, ਉੱਤੇ ਚਮੜੀ ਨਾ ਲਪੇਟਦਾ ਕੱਲੀ, ਫਿਰ ਪਤਾ ਕੀ ਹੋਣਾ ਸੀ? ਹੁਣ ਵੀ ਜੇ ਕਿਤੇ ਆਪਣੇ ਸੰਗਤ ਜੀ ਝਰੀਟ ਵੱਜ ਜੇ ਨਾ, ਮਾਸ ਉੱਤੋਂ ਚਮੜੀ ਲੈ ਜੇ, ਫਰਜ਼ ਕਰੋ ਵਿੱਚੋਂ ਚਰਬੀ ਨਿਕਲ ਆਉਂਦੀ ਆ ਨਾ, ਜਿੰਨਾ ਚਿਰ ਜ਼ਖਮ ਨੂੰ ਢੱਕਦੇ ਨਹੀਂ ਪੱਟੀ ਨਾਲ, ਮੱਖੀਆਂ ਨਹੀਂ ਬੈਠਣੋਂ ਹਟਦੀਆਂ। ਮੱਖੀਆਂ ਬੈਠਣੋਂ ਤਾਂ ਨਹੀਂ ਹਟਦੀਆਂ। ਵੇਖੋ ਆਪਾਂ ਨੂੰ ਉੱਤੇ ਪੱਟੀ ਕਰਨੀ ਪੈਂਦੀ ਆ ਜਾਂ ਕੱਪੜੇ ਨਾਲ ਢੱਕਣਾ ਪੈਂਦਾ। ਤੇ ਜੇ ਰੱਬ ਸਾਰਾ ਕੁਝ ਕਰ ਦਿੰਦਾ, ਉੱਤੇ ਕੱਲੀ ਚਮੜੀ ਨਾਲ ਲਪੇਟਦਾ, ਮਹਾਰਾਜ ਕਹਿੰਦੇ ਫੇਰ ਦੱਸ ਕੀ ਕਰਦਾ? ਸਾਰੀ ਜ਼ਿੰਦਗੀ ਮੱਖੀਆਂ ਝੱਲੀ ਜਾਂਦਾ। ਆਖੋ ਸਤਿਨਾਮ। ਇਹ ਮਹਾਰਾਜ ਨੇ ਗੁਣ ਕੀਤਾ ਆਪਣੇ ਤੇ ਪਿਆਰਿਓ। ਇਹ ਦੂਜਾ ਗੁਣ ਹੈ। ਇੱਥੇ ਬਸ ਨਹੀਂ, ਮਹਾਰਾਜ ਅਗਲਾ ਗੁਣ ਦੱਸ ਰਹੇ ਨੇ। ਗਰਭ ਆਗਨ ਮਹਿ ਜਿਨ ਹੈ ਉਬਾਰਿਆ। ਜਿਹੜੇ ਪਰਮਾਤਮਾ ਨੇ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਅਗਨੀ ਦੇ ਵਿੱਚੋਂ ਉਬਾਰੀਏ ਕਹੀਏ ਵੀ ਸੰਭਾਲ ਕੇ ਰੱਖਿਆ ਮਹਾਰਾਜ ਨੇ। ਮਾਤਾ ਦੇ ਪੇਟ ਵਿੱਚ ਸੰਗਤ ਜੀ ਅਗਨੀ ਹੁੰਦੀ ਆ, ਸਰੀਰ ਵਿੱਚ ਇੰਨੀ ਅੱਗ ਹੁੰਦੀ ਆ ਪਿਆਰਿਓ, ਆਪਣੇ ਸਭ ਦੀ ਆ। ਤੁਸੀਂ ਨਾ ਜਿਹੜੀ ਮਰਜ਼ੀ ਚੀਜ਼ ਖਾ ਲਓ ਪਿਆਰਿਓ, ਕਰੜੀ ਚੀਜ਼ ਖਾ ਲਓ, ਪੋਲੀ ਚੀਜ਼ ਖਾ ਲਓ, ਕੁਛ ਪੀਣ ਵਾਲਾ ਪੀ ਲਓ, ਚੱਬ ਲਓ, ਜੋ ਮਰਜ਼ੀ ਕਰ ਲਓ। ਜਦੋਂ ਉਹ ਚੀਜ਼ ਗਲੇ ਤੋਂ ਹੇਠਾਂ ਉਤਰ ਗਈ ਨਾ, ਇੱਕ ਵਾਰੀ ਮਿਹਦੇ ਨੂੰ ਟੱਪ ਗਈ, ਸਰੀਰ ਵਿੱਚ ਇੰਨੀ ਗਰਮੀ ਆ ਪਿਆਰਿਓ, ਕਰੜੀ ਤੋਂ ਕਰੜੀ ਚੀਜ਼ ਨੂੰ ਵੀ ਗਾਲ ਕੇ ਸੁੱਟ ਦਿੰਦੀ ਆ। ਆਖੋ ਸਤਿਨਾਮ। ਇੰਨੀ ਅੱਗ ਆ ਇੱਥੋਂ ਗਲ ਤੋਂ ਥੱਲੇ ਸਰੀਰ ਦੇ ਵਿੱਚ, ਇੰਨੀ ਅੱਗ ਆ। ਤੇ ਮਹਾਰਾਜ ਕਹਿੰਦੇ ਮਾਤਾ ਦੇ ਪੇਟ ਵਿੱਚ ਜਦੋਂ ਗਰਭ ਦੇ ਵਿੱਚ ਪਲਦਾ ਸੀ, ਇੰਨੀ ਅਗਨੀ ਦੇ ਵਿੱਚ, ਉੱਥੇ ਭਾਈ ਤੇਰੀ ਰਾਖੀ ਕਿਹਨੇ ਕੀਤੀ? ਫਿਰ ਇੱਕ ਪਰਮਾਤਮਾ ਦੇ ਨਾਮ ਨੇ ਕੀ। ਦੇਖੋ ਪਰਮਾਤਮਾ ਨੇ ਕਿੱਡੀ ਖੇਡ ਬਣਾਈ ਆ ਵੀ ਜਿੰਨਾ ਚਿਰ ਬੱਚਾ ਮਾਤਾ ਦੇ ਪੇਟ 'ਚ ਹੁੰਦਾ, ਓਨਾ ਚਿਰ ਮੂੰਹ ਦੇ ਵਿੱਚ ਦੀ ਖੁਰਾਕ ਨਹੀਂ ਉਹਨੂੰ ਜਾਂਦੀ। ਜੇ ਕਿਤੇ ਬੱਚੇ ਦੇ ਮਾਤਾ ਦੇ ਪੇਟ ਵਿੱਚ ਪਲ ਰਹੇ ਬੱਚੇ ਦੇ ਮੂੰਹ ਦੇ ਵਿੱਚ ਕੁਝ ਪੈ ਜੇ ਤੇ ਸੰਗਤ ਜੀ ਬੱਚੇ ਦੀ ਮੌਤ ਹੋ ਜਾਂਦੀ ਆ। ਬੱਚਾ ਮਾਤਾ ਦੇ ਪੇਟ 'ਚ ਹੀ ਮਰ ਜਾਂਦਾ, ਜਿਉਂਦਾ ਨਹੀਂ ਰਹਿੰਦਾ। ਆਮ ਆਪਾਂ ਪੁੱਛਦੇ ਹੀ ਹਾਂ, ਜੇ ਕਿਤੇ ਰੱਬ ਨਾ ਕਰੇ ਇਹੋ ਜਿਹੀ ਕੋਈ ਗੱਲ ਬਣ ਜੇ, ਤੁਸੀਂ ਸਾਰੇ ਪਸ਼ੂ ਰੱਖਣ ਵਾਲੇ ਹੋ, ਮੱਝਾਂ ਗਾਵਾਂ, ਤੇ ਜੇ ਬੱਚੇ ਦੇ ਮੂੰਹ 'ਚ ਕੁਛ ਪੈ ਜੇ ਤਾਂ ਬੱਚਾ ਮਰ ਜਾਂਦਾ, ਮੌਤ ਹੋ ਜਾਂਦੀ ਆ। ਕਹਿੰਦੇ ਬੱਚੇ ਦੇ ਮੂੰਹ 'ਚ ਪਾਣੀ ਪੈ ਗਿਆ, ਮਰ ਗਿਆ। ਰੋਜ਼ ਸੁਣਦੀਆਂ ਆਪਾਂ ਗੱਲਾਂ ਵੀ ਇਹੋ ਜਿਹੀਆਂ। ਪਰ ਦੇਖੋ ਹੈਰਾਨੀ ਦੀ ਗੱਲ, ਪਰਮਾਤਮਾ ਨੇ ਐਸੀ ਖੇਡ ਬਣਾਈ ਵੀ ਜਿੰਨਾ ਚਿਰ ਬੱਚਾ ਮਾਤਾ ਦੇ ਪੇਟ ਦੇ ਵਿੱਚ ਹੈ, ਓਨਾ ਚਿਰ ਉਹਦੀ ਖੁਰਾਕ ਧੁੰਨੀ ਵਿੱਚੋਂ ਦੀ ਮਿਲਦੀ ਆ ਪਿਆਰਿਓ। ਧੁੰਨੀ ਵਿੱਚੋਂ ਦੀ ਮਿਲਦੀ ਆ ਸਾਰੀ ਖੁਰਾਕ। ਜਦੋਂ ਹੀ ਮਾਤਾ ਦੇ ਪੇਟ ਤੋਂ ਜਨਮ ਲਿਆ, ਬਾਹਰਲੀ ਹਵਾ ਲੱਗੀ ਬੱਚੇ ਨੂੰ, ਉਹਦੀ ਸੰਗਤ ਜੀ ਨਾੜੂਆ ਕੱਟ ਦਿੰਦੇ ਆ। ਫਿਰ ਧੁੰਨੀ ਵਿੱਚ ਦੀ ਖੁਰਾਕ ਨਹੀਂ ਮਿਲਦੀ, ਫਿਰ ਖੁਰਾਕ ਮੁੱਖ ਵਿੱਚ ਦੀ ਮਿਲਦੀ ਆ। ਆਖੋ ਸਤਿਨਾਮ। ਪਰਮਾਤਮਾ ਨੇ ਕਿੱਡੀ ਤਕੜੀ ਖੇਡ ਬਣਾਈ ਆ। ਵੇਖੋ ਮਾਤਾ ਦੇ ਪੇਟ ਵਿੱਚ ਜੇ ਮੂੰਹ 'ਚ ਕੁਛ ਪੈ ਜੇ ਤਾਂ ਮੌਤ, ਤੇ ਜਦੋਂ ਜਨਮ ਲੈ ਲਿਆ ਉਦੋਂ ਬਾਅਦ ਸੰਗਤ ਜੀ ਜੇ ਧੁੰਨੀ ਵਿੱਚ ਦੀ ਕੁਛ ਪੈ ਜੇ ਤੇ ਤਾਂ ਮੌਤ। ਆਖੋ ਸਤਿਨਾਮ। ਕਿੱਡੀ ਖੇਡ ਬਣਾਈ ਪਰਮਾਤਮਾ ਨੇ। ਮਹਾਰਾਜ ਕਹਿੰਦੇ ਇਹ ਪਰ ਉਪਕਾਰ ਰੱਬ ਨੇ ਸਾਰਿਆਂ ਤੇ ਕੀਤਾ ਕਿ ਥੋੜਿਆਂ ਤੇ ਕੀਤਾ? ਪਿਆਰੇ ਬੋਲੋ।
ਸਾਰਿਆਂ ਤੇ ਕੀਤਾ, ਇਹ ਤੁਹਾਡੇ ਤੇ ਵੀ ਕੀਤਾ, ਮੇਰੇ ਤੇ ਵੀ ਕੀਤਾ। ਮਹਾਰਾਜ ਕਹਿੰਦੇ ਇਹ ਗੁਣ ਵੀ ਰੱਬ ਨੇ ਤੇਰੇ ਤੇ ਕੀਤਾ, ਉਹਨੂੰ ਯਾਦ ਕਰ। ਫਿਰ ਉਹਨੇ ਤੇਰੇ ਤੇ ਗੁਣ ਕੀਤਾ, ਉਹਨੂੰ ਯਾਦ ਕਰ। ਕਿੰਨੇ ਹੋ ਗਏ ਭਲਾ? ਵੇਖੋ, ਪਹਿਲਾ ਗੁਣ ਮਹਾਰਾਜ ਨੇ ਕਿਸ ਚੀਜ਼ ਤੋਂ, ਕਿੰਨਾ ਸੋਹਣਾ ਸਰੀਰ ਬਣਾਇਆ, ਇੱਕ। ਦੂਜੇ ਨੰਬਰ ਤੇ ਪਰਮਾਤਮਾ ਨੇ ਸਾਜਣਾ, ਸੰਵਾਰਨਾ, ਸ਼ਿੰਗਾਰਨਾ ਕੀਤਾ ਆਪਾਂ ਨੂੰ। ਤੀਜੇ ਨੰਬਰ ਤੇ ਮਾਤਾ ਦੇ ਪੇਟ ਵਿੱਚ ਪਰਮਾਤਮਾ ਨੇ ਰਾਖੀ ਕੀਤੀ ਆਪਣੀ। ਇੱਥੇ ਬਸ ਨਹੀਂ, ਮਹਾਰਾਜ ਕਹਿੰਦੇ ਅੱਗੇ ਸੁਣੋ, ਬਾਰ ਵਿਵਸਥਾ ਤੁਝ ਹੈ ਪਿਆਰੈ ਦੂਧ। ਜਦੋਂ ਤੂੰ ਬਾਲਕ ਉਮਰ ਦੇ ਵਿੱਚ ਸੀ, ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਕਹਿ ਰਹੇ ਨੇ ਭਾਈ, ਇਹ ਜਦੋਂ ਤੂੰ ਬੱਚਾ ਸੀ ਨਾ, ਬਿਲਕੁਲ ਨਿਆਣਾ ਬਾਲਕ, ਉਦੋਂ ਤੂੰ ਖਾ ਨਹੀਂ ਸਕਦਾ ਸੀ ਕੁਛ ਚੱਬ ਕੇ। ਫਿਰ ਦੰਦ ਵੀ ਹੈ ਨਹੀਂ ਸੀ ਮੂੰਹ ਵਿੱਚ ਵੀ ਖਾ ਲਏ। ਫਿਰ ਕੀ ਪਰਮਾਤਮਾ ਨੇ ਕੀ ਖੁਰਾਕ ਦਿੱਤੀ? ਮਹਾਰਾਜ ਕਹਿੰਦੇ ਯਾਦ ਰੱਖੀ, ਤੇਰੇ ਜਨਮ ਤੋਂ, ਜੰਮਣ ਤੋਂ ਪਹਿਲਾਂ ਤੇਰੀ ਮਾਂ ਦੇ ਦੁਆਰਾ ਪਰਮਾਤਮਾ ਨੇ ਤੇਰੀ ਖੁਰਾਕ ਦੁੱਧ ਧਰਤੀ ਤੇ ਭੇਜਤਾ। ਆਖੋ ਸਤਿਨਾਮ। ਹਰੇਕ ਬੱਚੇ ਦੇ ਜਨਮ ਤੋਂ ਪਹਿਲਾਂ ਦੁੱਧ ਭੇਜਦਾ ਪਰਮਾਤਮਾ। ਵੇਖੋ ਕੈਸੀ ਖੇਡ ਬਣਵਾਈ। ਆਪਾਂ ਜਿੰਨਾ ਮਰਜ਼ੀ ਪ੍ਰਬੰਧ ਕਰੀਏ ਸਿਆਣੇ ਹੋ ਕੇ ਪਿਆਰਿਓ, ਆਪਣੇ ਤੋਂ ਕਈ ਵਾਰੀ ਨਾ ਕੋਈ ਚੀਜ਼ ਘਾਟ ਰਹਿ ਜਾਂਦੀ ਆ। ਵਿਆਹ ਸ਼ਾਦੀ ਕਰਦੇ ਆ, ਘਰ ਵਿੱਚ ਸਹਿਜ ਪਾਠ, ਅਖੰਡ ਪਾਠ ਕਰਾਉਂਦੇ ਆ, ਬੜਾ ਜ਼ੋਰ ਲਾ ਕੇ ਦਿਮਾਗ ਨਾਲ ਸੋਚ ਕੇ ਚੀਜ਼ਾਂ ਖਰੀਦਦੇ ਆ, ਪਰ ਫਿਰ ਵੀ ਕਈ ਵਾਰੀ ਨਾ ਦਿਨ ਦੇ ਦਿਨ, ਟਾਈਮ ਦੇ ਟਾਈਮ ਪਤਾ ਲੱਗਦਾ ਵੀ ਫਲਾਣੀ ਚੀਜ਼ ਤਾਂ ਭੁੱਲ ਹੀ ਗਏ ਆਪਾਂ, ਲਿਆਓ ਛੇਤੀ। ਪਰ ਰੱਬ ਨੇ ਜੁਗੜਿਆਂ ਤੋਂ, ਜਿੱਦਿਆਂ ਤੋਂ ਜੱਗ ਸਾਜਣ ਲੱਗਿਆ ਪਿਆਰਿਓ, ਰੱਬ ਕਦੇ ਵੀ ਭੁੱਲਿਆ ਨਹੀਂ। ਬੱਚੇ ਦੇ ਜਨਮ ਤੋਂ ਪਹਿਲਾਂ ਦੁੱਧ, ਬੱਚੇ ਦੀ ਖੁਰਾਕ ਰੱਬ ਨੇ ਧਰਤੀ ਤੇ ਭੇਜਤੀ। ਮਹਾਰਾਜ ਕਹਿੰਦੇ ਇਹ ਵੀ ਤੇਰੇ ਤੇ ਗੁਣ ਕੀਤਾ, ਉਹਦਾ ਧੰਨਵਾਦ ਕਰ। ਆਖੋ ਸਤਿਨਾਮ। ਇੱਥੇ ਬਸ ਨਹੀਂ, ਮਹਾਰਾਜ ਕਹਿੰਦੇ ਭਰ ਜੋਬਨ ਭੋਜਨ ਸੁਖ ਸੂਦ। ਕਹਿੰਦੇ ਜਵਾਨੀ ਚੜ੍ਹੀ ਜਦੋਂ, ਫਿਰ ਤਕੜਾ ਹੋਇਆ, ਫਿਰ ਮਹਾਰਾਜ ਕਹਿੰਦੇ ਵੀ ਨੈਣ ਪ੍ਰੈਣ ਕੰਮ ਕਰਨ ਲੱਗੇ, ਭੱਜ ਨੱਠ ਕਰ ਸਕਦਾ, ਜ਼ੋਰ ਲਾ ਸਕਦਾ ਸੀ, ਦਿਮਾਗ ਚੱਲਣ ਲੱਗ ਪਿਆ, ਸੋਚ ਵਿਚਾਰ ਸਕਦਾ ਸੀ, ਵਿਉਂਤਾ ਬਣਾ ਸਕਦਾ ਸੀ। ਫਿਰ ਪਰਮਾਤਮਾ ਨੇ ਕੀ ਕੀਤਾ? 36 ਪ੍ਰਕਾਰ ਦੇ ਪਦਾਰਥ ਦੁਨੀਆ ਦੇ ਵਿੱਚ ਖਿਲਾਰਤੇ। ਦੁਨੀਆ 'ਚ ਮਹਾਰਾਜ ਕਹਿੰਦੇ ਦਿਮਾਗ ਦੀ ਵਰਤੋਂ ਕਰ, ਹੱਥ ਪੈਰ ਚਲਾ, ਆਪ ਕਮਾ ਕੇ ਲਿਆ, ਕੁਛ ਆਪ ਖਾ, ਕੁਛ ਅੱਭਿਆਗਤ ਲੋੜਵੰਦਾਂ ਨੂੰ ਖਵਾ, ਕੁਛ ਆਪਣੇ ਬੱਚਿਆਂ ਨੂੰ ਛਕਾ। ਆਖੋ ਸਤਿਨਾਮ। ਸੰਗਤ ਜੀ ਇੱਕ ਗੱਲ ਦੇਖੋ, ਆਪਾਂ ਸਾਰੇ ਕਣਕ ਦਾ ਪ੍ਰਸ਼ਾਦਾ ਛਕਦੇ ਹਾਂ। ਜ਼ਿਮੀਂਦਾਰ ਭਾਈ ਤੁਸੀਂ ਬੈਠੇ ਹੋ, ਕਣਕ ਬੀਜਦੇ ਆ, ਅੱਗੇ ਕਣਕ ਵੱਢਾਂਗੇ ਆਪਾਂ। ਦੇਖੋ ਹੁਣ ਕਣਕ ਦਾ ਜਿਹੜਾ ਬੀ ਆ ਪਿਆਰਿਓ, ਬੀ ਸਭ ਤੋਂ ਪਹਿਲਾਂ ਜਿੱਦੇ ਕਣਕ ਪੈਦਾ ਹੋਈ, ਸਭ ਤੋਂ ਪਹਿਲਾਂ, ਜੁਗੜੇ ਪਿੱਛੇ ਦੀ ਗੱਲ ਸਮਝੋ, ਸਭ ਤੋਂ ਪਹਿਲਾਂ ਜਿੱਦੇ ਕਣਕ ਪੈਦਾ ਹੋਈ, ਉਹਦੇ ਬੀ ਤਿਆਰ ਕਿਹਨੇ ਕੀਤਾ ਹੋਊ? ਆਖੋ ਸਤਿਨਾਮ। ਸੋਚਣ ਵਾਲੀ ਗੱਲ ਹੈ ਨਾ। ਹੁਣ ਤਾਂ ਕਣਕ ਦਾ ਬੀਜ ਆਪਾਂ ਕਣਕ ਦੇ ਵਿੱਚੋਂ ਹੀ ਰੱਖ ਲੈਂਦੇ ਆ, ਪਹਿਲਾਂ ਤਾਂ ਰੱਖ ਲੈਂਦੇ ਸੀ, ਚਲੋ ਹੁਣ ਦੁਕਾਨਾਂ ਤੋਂ ਲੈ ਆਉਂਦੇ ਆ ਵੀ ਆਪਾਂ ਸੋਧਿਆ ਹੋਇਆ ਬੀ ਕਹਿ ਦਿੰਦੇ ਆਪਾਂ। ਪਰ ਉਹ ਜਿਹੜਾ ਸੋਧਦੇ ਆ, ਉਹ ਵੀ ਤਾਂ ਸੋਡੇ ਵਾਲੀ ਬੀਜੀ ਹੋਈ ਕਣਕ ਦਾ ਖਰੀਦ ਕੇ ਦਾਣਾ, ਤੇ ਉਸੇ ਨੂੰ ਦਵਾਈ ਬੂਟੀ ਲਾ ਕੇ ਤੇ ਉਹੀ ਤੁਹਾਨੂੰ ਦਿੰਦੇ ਆ ਨਾ ਮੋੜ ਕੇ ਤਾਂ। ਪਰ ਤੁਸੀਂ ਜਮਾ ਪਹਿਲੇ ਦਿਨ, ਜਿੱਦੇ ਜਮਾ ਪਹਿਲੀ ਬੱਲੀ ਲੱਗੀ ਹੋਣੀ ਆ, ਜਿੱਦੇ ਜਮਾ ਪਹਿਲੇ ਦਿਨ ਕਣਕ ਦਾ ਪੌਦਾ ਪੈਦਾ ਹੋਇਆ ਹੋਣਾ, ਉਹ ਕਿਹੜੇ ਬੀਜ ਤੋਂ ਪੈਦਾ ਹੋਇਆ, ਤੇ ਉਹ ਬੀਜ ਕਿਹਨੇ ਲੈ ਕੇ ਆਂਦਾ ਧਰਤੀ ਤੇ? ਉਹ ਸਾਰਾ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਸਾਰੀਆਂ, ਜੋ ਕੁਛ ਵੀ ਆ ਪਿਆਰਿਓ, ਹਰਾ ਚਾਰਾ, ਫਲ ਫਰੂਟ, ਸਾਰਾ ਕੁਝ ਮਹਾਰਾਜ ਕਹਿੰਦੇ ਰੱਬ ਨੇ ਨਾ ਐ ਦੁਨੀਆ 'ਚ ਐ ਖਿਲਾਰਤੀਆਂ ਵੀ ਆਪਣੀ ਬੁੱਧੀ ਦਾ ਪ੍ਰਯੋਗ ਕਰ, ਦਿਮਾਗ ਦਾ। ਦਿਮਾਗ ਲੜਾ, ਹਿੰਮਤ ਕਰ। 36 ਪ੍ਰਕਾਰ ਦੇ ਪਦਾਰਥ ਪਏ ਨੇ, ਸਤਿਗੁਰ ਕਹਿੰਦੇ ਇਹ ਤੇਰੇ ਛਕਣ ਵਾਸਤੇ ਨੇ। ਆਖੋ ਸਤਿਨਾਮ। ਇਹ ਗੁਣ ਪਰਮਾਤਮਾ ਨੇ ਕੀਤਾ ਆਪਣੇ ਸਾਰਿਆਂ ਤੇ। ਇੱਥੇ ਬਸ ਨਹੀਂ, ਮਹਾਰਾਜ ਕਹਿੰਦੇ ਜਵਾਨੀ ਤੋਂ ਬਾਅਦ ਬੁਢੇਪਾ। ਪਹਿਲਾਂ ਬਚਪਨ ਦੀ ਗੱਲ, ਫਿਰ ਜਵਾਨੀ ਦੀ, ਹੁਣ ਬੁਢੇਪੇ ਦੀ ਗੱਲ ਕਰਦੇ ਮਹਾਰਾਜ। ਤੁਹਾਡੇ ਚੋਂ ਕਈਆਂ ਦੇ ਸਰੀਰ ਤੇ ਬੁਢੇਪਾ ਆਇਆ ਪਿਆ, ਵੇਖੋ ਪਿਆਰਿਓ, ਤੇ ਕਈਆਂ ਦੇ ਸਰੀਰ ਤੇ ਆ ਜਾਣਾ, ਇਦੋਂ ਵੀ ਵੱਧ ਆ ਜਾਣਾ, ਇੰਨਾ ਬੁਢੇਪਾ ਆ ਜਾਣਾ ਜਿਵੇਂ ਫਰੀਦ ਸਾਹਿਬ ਕਹਿੰਦੇ ਆ, ਨੈਣੋ ਨੀਰ ਵਹੈ। ਐ ਬੈਠਿਆਂ ਦੇ ਨਾ ਅੱਖਾਂ 'ਚੋਂ ਪਾਣੀ, ਐ ਪਾਣੀ ਨਿਕਲੀ ਜਾਂਦਾ ਅੱਖਾਂ 'ਚੋਂ ਹੀ। ਬਜ਼ੁਰਗ ਹੁੰਦੇ ਆ ਜਿਹੜੇ ਤੁਸੀਂ ਵੇਖੇ ਆ, ਐ ਕੱਪੜੇ ਨਾਲ ਅੱਖਾਂ ਪੂੰਝ ਕੇ, ਕਹਿੰਦੇ ਦੀਂਦਾ ਨਹੀਂ। ਕੀ ਗੱਲ? ਕਹਿੰਦੇ ਅੱਖਾਂ 'ਚ ਪਾਣੀ ਜਾਇਆ ਪਿਆ, ਅੱਖਾਂ ਪੂੰਝੀ ਜਾਂਦੇ ਆ। ਉਹ ਨੈਣੋ ਨੀਰ ਵਹੈ ਤਨ ਖੀਨਾ, ਸਰੀਰ ਬਿਲਕੁਲ ਕਮਜ਼ੋਰ ਹੋ ਜਾਂਦਾ। ਭਏ ਕੇਸ ਦੁੱਧ ਬਾਨੀ, ਕੇਸ ਚਿੱਟੇ ਦੁੱਧ ਵਰਗੇ ਹੋ ਜਾਂਦੇ ਆ। ਰੂਧਾ ਕੰਠ, ਹੁਣ ਆਪਾਂ ਬੋਲ ਰਹੇ ਹਾਂ, ਦੇਖੋ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ।
ਕੱਲਾ ਕੱਲਾ ਸ਼ਬਦ ਕੌਡੀਆਂ ਵਾਂਗੂ ਬੋਲ ਰਹੇ ਹਾਂ ਤੇ ਤੁਹਾਡੇ ਕੰਨਾਂ 'ਚ ਪੈ ਰਿਹਾ। ਦੇਖੋ ਮਹਾਰਾਜ ਕਹਿੰਦੇ ਇੰਨਾ ਬੁਢੇਪਾ ਆ ਜਾਂਦਾ, ਕੰਠ ਕਹੀਏ ਗਲਾ, ਰੂਧਾ ਮਤਲਬ ਰੁੰਨਿਆ ਗਿਆ, ਐ ਰੁਕ ਗਿਆ। ਕਹਿੰਦੇ ਕੰਠ ਰੁਕ ਜਾਂਦਾ ਕਾਹਦੇ ਨਾਲ? ਬਲਗਮ ਫਸ ਜਾਂਦੀ ਹੈ ਗਲ 'ਚ। ਬੰਦਾ ਬੋਲਦਾ ਜ਼ੋਰ ਲਾ ਕੇ, ਬੋਲ ਨਿਕਲਦੇ ਹੀ ਨਹੀਂ। ਆਖੋ ਸਤਿਨਾਮ। ਇਹ ਇਹੋ ਜਿਹਾ ਬੁਢੇਪਾ ਵੀ ਆਉਂਦਾ ਫਿਰ ਬੰਦੇ ਤੇ ਮਹਾਰਾਜ ਨੇ, ਪ੍ਰਮਾਤਮਾ ਨੇ ਸੰਗਤ ਜੀ ਆਪਣੇ ਬੁਢੇਪੇ ਦਾ ਵੀ ਪ੍ਰਬੰਧ ਕਰਕੇ ਤੋਰਿਆ। ਪਰਮੇਸ਼ਰ ਨੇ ਚਿੰਤਾ ਨਾ ਕਰਿਆ ਕਰੋ ਵਾਲੀ, ਬੁਢੇਪੇ ਦਾ ਵੀ ਪ੍ਰਬੰਧ ਰੱਬ ਨੇ ਕਰਤਾ। ਕਿਵੇਂ ਕਰਤਾ ਭਲਾ? ਆ ਲਿਖਿਆ ਮਹਾਰਾਜ ਨੇ, ਬਿਰਧ ਭਇਆ ਉਪਰ ਸਾਕ ਸੈਨ। ਜਦੋਂ ਤੂੰ ਬੁਢੇਪੇ 'ਚ ਜਾਵੇਂਗਾ, ਪੁੱਤ ਪੋਤੇ, ਨੂੰਹਾਂ ਪੋਤਰੇ ਪੋਤਰੀਆਂ, ਦੋਤਰੇ ਦੋਤਰੀਆਂ, ਟੱਬਰ ਟੀਹਰ ਪਰਿਵਾਰ, ਇਹ ਕਾਹਦੇ ਵਾਸਤੇ? ਕਿਹਨੇ ਦਿੱਤਾ? ਕਿਹਨੇ ਦਿੱਤਾ ਇਹ ਪਰਿਵਾਰ ਸਾਰਾ? ਸਤਿਗੁਰੂ ਮਹਾਰਾਜ ਕਹਿੰਦੇ ਰੱਬ ਨੇ ਦਿੱਤਾ ਸਾਰਾ ਪਰਿਵਾਰ ਤੈਨੂੰ, ਪੁੱਤ ਪੋਤੇ, ਐਡਾ ਵੱਡਾ ਆਰ ਪਰਿਵਾਰ। ਕਾਹਦੇ ਲਈ? ਵੀ ਜੇ ਕਿਤੇ ਬਾਹਲਾ ਸਰੀਰ ਕਮਜ਼ੋਰ ਹੋ ਜੇ, ਰੋਟੀ ਤੇਰੇ ਤੋਂ ਬੁਰਕੀ ਤੋੜ ਕੇ ਵੀ ਨਾ ਖਾਧੀ ਜਾਵੇ, ਸਰੀਰ ਇੰਨਾ ਕਮਜ਼ੋਰ ਹੋ ਜੇ, ਬੱਚੇ ਦਿੱਤੇ ਆ ਤੈਨੂੰ, ਪੋਤੇ ਪੋਤੀਆਂ, ਉਹ ਤੈਨੂੰ ਨਾ ਮੰਜੇ ਤੇ ਪਏ ਨੂੰ ਬੈਠਾ ਕਰ ਦਿਆ ਕਰਨਗੇ, ਮਗਰ ਰਜਾਈ ਲਾ ਕੇ, ਗੋਡਾ ਲਾ ਕੇ ਤੇਰੇ ਸਰੀਰ ਨੂੰ ਸਹਾਰਾ ਦੇ ਕੇ ਤੈਨੂੰ ਬਿਠਾ ਲਿਆ ਕਰਨਗੇ, ਬੁਰਕੀ ਤੋੜ ਕੇ ਤੇ ਤੇਰੇ ਮੂੰਹ 'ਚ ਪਾ ਦਿਆ ਕਰਨਗੇ। ਉਹ ਪੁੱਤ ਪੋਤੇ ਵੀ ਤੈਨੂੰ ਪ੍ਰਮਾਤਮਾ ਨੇ ਦਿੱਤੇ ਆ। ਪੁੱਤਾਂ ਪੋਤਿਆਂ ਵੱਲ ਦੇਖ ਕੇ ਰੱਬ ਦਾ ਧੰਨਵਾਦ ਕਰ ਦਿਆ ਕਰ। ਆਖੋ ਸਤਿਨਾਮ। ਆ ਲਿਖਿਆ ਮਹਾਰਾਜ ਨੇ, ਬਿਰਧ ਭਇਆ ਉਪਰ ਸਾਕ ਸੈਨ। ਸਾਕ ਸੈਨ ਕੀ? ਰਿਸ਼ਤੇਦਾਰ, ਪਰਿਵਾਰ, ਕੁਟੁੰਬ। ਸੰਗਤ ਜੀ ਇੱਕ ਮੈਂ ਤੁਹਾਨੂੰ ਵਿੱਚ ਬੇਨਤੀ ਕਰਦਿਆਂ, ਇੱਥੇ ਕਈਆਂ ਦੇ ਨਾ ਬਾਲ ਬੱਚੇ ਤਾਂ ਹੁੰਦੇ ਆ ਪਰ ਮਾਪਿਆਂ ਦੀ ਸੇਵਾ ਨਹੀਂ ਹੁੰਦੀ। ਉਹਦੇ ਕਈ ਕਾਰਨ ਹੈ ਪਿਆਰਿਓ, ਕਾਰਨ ਤਾਂ ਕਈ ਨੇ, ਪਰ ਇੱਕ ਵੱਡਾ ਕਾਰਨ ਹੈ ਜਿਹੜਾ, ਉਹ ਇਹ ਆ ਵੀ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਕਈ ਵਾਰੀ ਉਸ ਪਾਸੇ ਲਾਏ ਹੀ ਨਹੀਂ ਹੁੰਦਾ। ਉਹ ਜਾਣ ਕਿਵੇਂ? ਆਖੋ ਸਤਿਨਾਮ। ਬੱਚਿਆਂ ਨੂੰ ਉਸ ਪਾਸੇ ਲਾਏ ਹੀ ਨਹੀਂ ਹੁੰਦਾ ਕਈ ਵਾਰੀ ਆਪਾਂ। ਇਹਦੇ 'ਚ ਆਪਣੀ ਕਮਜ਼ੋਰੀ ਰਹਿ ਜਾਂਦੀ ਹੈ ਕਈ ਵਾਰੀ। ਅੱਗੇ ਮਹਾਰਾਜ ਕੀ ਕਹਿੰਦੇ ਆ ਫਿਰ? ਮੁਖ ਅਪਿਆਓ ਬੈਠ ਕੋ ਦੈਨ। ਤੇਰੇ ਬੈਠੇ ਦੇ ਮੁਖ ਵਿੱਚ ਐਂ ਪਾ ਦਿੰਦੇ ਆ ਬੱਚੇ। ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਕਹਿੰਦੇ ਮਨੁੱਖ ਹੈ ਨਾ ਜਿਹੜਾ, ਇਹ ਭਾਈ ਪਰਮਾਤਮਾ ਦੇ ਗੁਣਾਂ ਨੂੰ ਯਾਦ ਨਹੀਂ ਕਰਦਾ। ਮਨੁੱਖ ਤਾਂ ਆਪ ਦੀ ਮਸਤੀ 'ਚ ਹੀ ਭੁੱਲਿਆ ਰਹਿੰਦਾ, ਰੱਬ ਨੂੰ ਯਾਦ ਹੀ ਨਹੀਂ ਕਰਦਾ। ਕਹਿੰਦੇ ਪਰ ਕੌਣ ਯਾਦ ਕਰਦਾ? ਬਖਸ਼ ਲਿਹੋ ਤੋ ਨਾਨਕ ਸੀਜੈ। ਕਹਿੰਦੇ ਜਿਹਦੇ ਤੇ ਕੋਈ ਪ੍ਰਮਾਤਮਾ ਦੀ ਬਖਸ਼ਿਸ਼ ਹੋ ਜੇ, ਜਿਹਨੂੰ ਕਿਸੇ ਰੱਬ ਦੇ ਪਿਆਰੇ ਦਾ ਸੰਗਤ ਜੀ ਕੋਈ ਆਸ਼ੀਰਵਾਦ ਮਿਲ ਜੇ, ਕਿਸੇ ਨੂੰ ਕਿਸੇ ਗੁਰਮੁਖ ਦੀ ਸਾਧੂ ਸੰਤ ਦੀ ਸੰਗਤ ਮਿਲ ਜੇ, ਮਹਾਰਾਜ ਕਹਿੰਦੇ ਇਹ ਸਾਰੀਆਂ ਗੱਲਾਂ ਯਾਦ ਉਸ ਬੰਦੇ ਨੂੰ ਆਉਂਦੀਆਂ ਨੇ ਤੇ ਰੱਬ ਦਾ ਧੰਨਵਾਦ ਉਹ ਮਨੁੱਖ ਕਰ ਸਕਦਾ। ਆਖੋ ਸਤਿਨਾਮ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ।